ਖਾਸ ਤੌਰ 'ਤੇ ਜੇ ਅਸੀਂ ਵੇਖੀਏ ਤਾਂ ਆਰਟੀਕਲ 370 ਜਦੋਂ ਰਿਵੋਕੇਟ ਹੋਇਆ ਹੈ 2019 ਤੋਂ ਬਾਅਦ ਹਾਲਾਤ ਇਹੋ ਜਿਹੇ ਨੇ ਸਾਨੂੰ ਲੱਗਦਾ ਕਿ ਵੀ ਆਰ ਇਨ ਸਟੇਟ ਆਫ ਅਨਡਿਕਲੇਅਰਡ ਐਮਰਜੈਂਸੀ। ਤੇ ਕਸ਼ਮੀਰ ਦੇ ਵਿੱਚ ਆਲ ਓਵਰ ਜੇ ਸਾਰੀਆਂ ਕੌਮਾਂ ਨੂੰ ਮਿਲਾ ਕੇ ਵੇਖੀਏ ਤਾਂ ਲੋਕ ਪਰੇਸ਼ਾਨ ਨੇ, ਤੰਗ ਨੇ, ਕਿਉਂਕਿ ਸਰਕਾਰ ਦੇ ਕੋਲ ਕੋਈ ਰਾਹ ਨਹੀਂ ਹੈ ਜਿਹਨੂੰ ਕਹੀਏ ਕਿ ਉਹ ਪੀਸ ਸਟੇਟ 'ਚ ਲੈ ਕੇ ਆ ਸਕਣ। ਤੇ ਜੇ ਅਸੀਂ ਇਹ ਸਮਝੀਏ ਕਿ ਆਰਟੀਕਲ 20 ਤੋਂ ਬਾਅਦ ਕੀ ਹੋਇਆ, ਆਰਟੀਕਲ 20 ਤੋਂ ਬਾਅਦ ਜਿਹੜਾ ਕਸ਼ਮੀਰ ਦਾ ਖਿੱਤਾ ਉਹਦੇ ਵਿੱਚ ਬਹੁਤ ਜ਼ਿਆਦਾ ਇੱਕ ਇਨਸਿਕਿਉਰਿਟੀ ਜਿਹੜੀ ਹੈ ਯੂਥ ਦੇ ਵਿੱਚ ਹੋਈ ਹੈ। ਲੋਕ ਐਲੀਨਾਈਜ਼ ਹੋਏ ਨੇ, ਲੋਕ ਰੈਡੀਕਲਾਈਜ਼ ਹੋਏ ਨੇ, ਭਾਵੇਂ ਸਟੇਟ ਮੰਨੇ ਜਾਂ ਨਾ ਮੰਨੇ, ਨਿਊਜ਼ ਏਜੰਸੀਆਂ ਮੰਨਣ ਜਾਂ ਨਾ ਮੰਨਣ, ਪਰ ਜੋ ਗਰਾਊਂਡ ਦੀ ਰਿਐਲਿਟੀ ਹੈ ਲੋਕ ਐਲੀਨਾਈਜ਼ ਹੋਏ ਨੇ, ਲੋਕ ਰੈਡੀਕਲਾਈਜ਼ ਹੋਏ ਨੇ। ਕੌਮਾਂ ਵਸਦੀਆਂ ਨੇ, ਚਾਹੇ ਉਹ ਮੁਸਲਿਮ ਕੌਮਾਂ ਹੋਣ ਜਾਂ ਕਸ਼ਮੀਰੀ ਪੰਡਿਤ ਹੋਣ ਜਾਂ ਉੱਥੇ ਜਿਹੜੇ ਪ੍ਰਵਾਸੀ ਮਜ਼ਦੂਰ ਉੱਥੇ ਕੰਮ ਕਰਨ ਜਾਂਦੇ ਨੇ ਜਾਂ ਸਿੱਖ, ਵੱਡੀ ਗਿਣਤੀ ਵਿੱਚ ਸਿੱਖ ਉੱਥੇ ਵਸਦੇ ਨੇ, ਤਾਂ ਇਹਨਾਂ ਦਾ ਆਪਸ ਦੇ ਵਿੱਚ ਭਾਈਚਾਰਾ ਕਿਵੇਂ ਦਾ, ਆਪਸ ਦੇ ਵਿੱਚ ਕਿਸ ਨਜ਼ਰੀਏ ਨਾਲ ਇੱਕ ਦੂਜੇ ਨੂੰ ਦੇਖਿਆ ਜਾ ਰਿਹਾ? ਦੇਖੋ ਮੈਂ ਸਿੱਖਾਂ ਦੀ ਇੱਥੇ ਇੱਕ ਪਰਸਪੈਕਟਿਵ ਰੱਖ ਸਕਦਾ ਕਿਉਂਕਿ ਮੈਂ ਸਿੱਖ ਕੌਮ ਤੋਂ ਬਿਲੋਂਗ ਕਰਦਾ ਕਿ ਸਿੱਖਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਤੇ ਉਹ ਹਾਲਾਤਾਂ ਤੋਂ ਹਾਰੇ ਨਹੀਂ। ਸਾਡਾ ਰਿਹਾ ਇਤਿਹਾਸ ਕਿ ਅਸੀਂ ਕਾਨੂੰਨਾਂ ਦੀ ਸ਼ਾਮ ਲੈ ਲਈ, ਬੀਕਾਨੇਰ ਦੀ ਪਹਾੜੀਆਂ ਲੈ ਲਈ, ਅਸੀਂ ਕਦੇ ਝੁਕੇ ਨਹੀਂ। ਕਸ਼ਮੀਰੀ ਸਿੱਖਾਂ ਦਾ ਬਹੁਤ ਵੱਡਾ ਮਸਲਾ ਹੈ ਮਾਈਨੋਰਿਟੀ ਸਟੇਟਸ ਦਾ, ਪਰ ਉਹ ਕਾਫੀ ਟਾਈਮ ਤੋਂ ਜਿਹੜਾ ਅਣਗਹਿਲੀਆਂ ਕਰਕੇ ਸਰਕਾਰਾਂ ਦੀ ਪੂਰਾ ਨਹੀਂ ਹੋ ਰਿਹਾ, ਜਿਹੜਾ ਕਿ ਜੈਨੂਇਨ ਇਸ਼ੂ ਹੈ। ਪਰ ਬਾਰ-ਬਾਰ ਪਤਾ ਨਹੀਂ ਇਸ ਕਰਕੇ ਕਿਉਂਕਿ ਸਿੱਖ ਜਿਹੜੇ ਹਿਊਮਨ ਰਾਈਟ ਵਾਇਓਲੇਸ਼ਨ ਦੇ ਖਿਲਾਫ ਗੱਲ ਕਰਦੇ ਨੇ ਤਾਂ ਕਰਕੇ ਸਾਨੂੰ ਉਹ ਨਹੀਂ ਦੇ ਰਹੇ, ਜਾਂ ਫਿਰ ਹੋ ਸਕਦਾ ਕਿ ਹਿੰਦ ਦੀ ਸਰਕਾਰ ਨੂੰ ਕਸ਼ਮੀਰ ਦੇ ਸਿੱਖ ਚੰਗੇ ਨਹੀਂ ਲੱਗਦੇ। ਉੱਥੇ ਦੇ ਨੌਜਵਾਨ ਜਿਹੜੇ ਬਾਗੀ ਹੋ ਰਹੇ ਨੇ ਜਾਂ ਸਿਸਟਮ ਤੋਂ ਬਾਗੀ ਹੋ ਰਹੇ ਨੇ, ਉਹਦਾ ਕਾਰਨ ਕੀ ਹੈ? ਕਿਉਂਕਿ ਇਹ ਵੀ ਗੱਲਾਂ ਆਖੀਆਂ ਜਾਂਦੀਆਂ ਨੇ ਕਿ ਭਾਰਤ ਨੂੰ ਕਸ਼ਮੀਰ ਦੀ ਭੂਮੀ ਚਾਹੀਦੀ ਹੈ, ਕਸ਼ਮੀਰੀ ਲੋਕ ਨਹੀਂ ਚਾਹੀਦੇ। ਨਹੀਂ, ਕਸ਼ਮੀਰ 'ਚ ਕੀ ਹੋ ਰਿਹਾ ਹੈ? 2015 ਦੇ 14 'ਚ ਮਾਰਕੀਟ 12 ਵਜੇ ਤੱਕ ਖੁੱਲਦਾ ਸੀ, ਅੱਜ 6 ਵਜੇ ਹੀ ਬੰਦ ਹੋ ਜਾਂਦਾ ਹੈ। ਜਿਹੜੇ ਬਾਹਰ ਦੇ ਨਾਨ ਲੋਕਲਸ ਨੇ ਉੱਥੇ ਇੰਨੀ ਦੇਰ ਤੋਂ ਕੰਮ ਕਰ ਰਹੇ ਨੇ, ਨਾਓ ਦੇ ਆਰ ਫੀਲਿੰਗ ਸਕੇਅਰਡ। ਜਿਹੜੇ 90 ਤੋਂ ਜੇ ਕਦੇ ਨਹੀਂ ਕਿਤੇ ਗਏ, ਜਿਹੜੇ ਡਰ ਨਹੀਂ ਰਹੇ, ਅੱਜ ਉਹ ਸਕੇਅਰਡ ਫੀਲ ਕਰ ਰਹੇ ਨੇ, ਉਹ ਕਸ਼ਮੀਰ ਛੱਡ ਕੇ ਜਾ ਰਹੇ ਨੇ। ਸਟੇਟ ਇਜ਼ ਅਕਾਊਂਟੇਬਲ। ਸਟੇਟ ਕੀ ਕਰ ਰਹੀ ਹੈ? ਤੁਸੀਂ ਗੋਲੀ ਦੇ ਨਾਲ ਮਿਲੀਟੈਂਟ ਖਤਮ ਕਰ ਸਕਦੇ ਹੋ, ਮਿਲੀਟੈਂਸੀ ਖਤਮ ਨਹੀਂ ਕਰ ਸਕਦੇ। ਤੁਹਾਡੇ ਕੋਲ ਇੱਕ ਪਲਾਨ ਹੋਣਾ ਚਾਹੀਦਾ, ਉਹ ਪਲਾਨ ਤੁਹਾਡੇ ਕੋਲ ਹੈ ਨਹੀਂ। ਆਰਮੀ ਕੋਈ ਰੱਬ ਰੂਪ ਨਹੀਂ ਹੁੰਦੀ, ਆਰਮੀ ਕੋਈ ਰੂਹਾਨੀ ਤਾਕਤ ਨਹੀਂ ਹੁੰਦੀ, ਜਦੋਂ ਗਲਤੀਆਂ ਨਹੀਂ ਹੋ ਸਕਦੀਆਂ, ਜੇ ਤੋਂ ਗੁਨਾਹ ਨਹੀਂ ਹੋ ਸਕਦੇ। ਆਰਮੀ ਤੋਂ ਵੀ ਗੁਨਾਹ ਹੋ ਸਕਦੇ ਨੇ, ਆਰਮੀ ਤੋਂ ਵੀ ਗਲਤੀਆਂ ਹੋ ਗੁਨਾਹ ਜਿਹੜੇ ਨੇ ਗਲਤੀਆਂ ਨੇ ਹੋ ਸਕਦੀਆਂ ਨੇ। ਸਿੱਖਾਂ ਦੇ ਸਭ ਤੋਂ ਮੁਕੱਦਸ ਸਥਾਨ 'ਤੇ ਹਮਲਾ ਕੀਤਾ ਗਿਆ, ਦਰਬਾਰ ਸਾਹਿਬ 'ਤੇ। ਹਿੰਦੁਸਤਾਨ ਦਾ ਸਭ ਤੋਂ ਵੱਡਾ ਜੇ ਇੱਕ ਸਿੱਖਲੀ ਕ੍ਰਾਈਮ ਪੁੱਛਿਆ ਜਾਵੇ ਨਾ ਸਟੇਟ ਦਾ, ਤੇ ਉਹ ਅਸੀਂ ਮੰਨਾਂਗੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ। ਤੁਸੀਂ ਬਣੇ ਹੋਏ ਹੋ KTV UK ਦੇ ਨਾਲ, ਮੈਂ ਅਮਨਦੀਪ ਸਿੰਘ। 10 ਦਸੰਬਰ ਵਿਸ਼ਵ ਮਨੁੱਖੀ ਅਧਿਕਾਰ ਦਿਹਾੜੇ ਦੇ ਵਜੋਂ ਵਿਸ਼ਵ ਭਰ ਦੇ ਵਿੱਚ ਮਨਾਇਆ ਜਾਂਦਾ ਹੈ, ਜਿੱਥੇ ਵਿਸ਼ਵ ਭਰ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲਬਾਤ ਕੀਤੀ ਜਾਂਦੀ ਹੈ, ਜਾਂ ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ, ਉੱਥੇ ਮਨੁੱਖਾਂ ਦੇ ਹੱਕਾਂ ਦੀ ਗੱਲਬਾਤ ਕੀਤੀ ਜਾਂਦੀ ਹੈ। ਤਾਂ ਉੱਥੇ ਹੀ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਉਹ ਕੌਮਾਂ ਅੱਜ ਦੇ ਦਿਨ ਆਪਣੇ ਹੱਕਾਂ ਦੇ ਦਿਨ ਦੇ ਵਜੋਂ ਮਨਾਉਣ ਦੇ ਵਾਸਤੇ ਇੱਥੇ ਇਕੱਤਰ ਹੋਈਆਂ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ। ਤਾਂ ਇੱਥੇ ਨੌਜਵਾਨ ਅਤੇ ਮਨੁੱਖੀ ਅਧਿਕਾਰ ਕਾਰਕੁਨ ਅੰਗਦ ਸਿੰਘ ਸਾਡੇ ਨਾਲ ਨੇ, ਜੋ ਕਿ ਕਸ਼ਮੀਰ ਦੇ ਵਿੱਚ ਕਸ਼ਮੀਰੀਆਂ ਵਾਸਤੇ, ਕਸ਼ਮੀਰੀ ਮੁਸਲਮਾਨਾਂ ਵਾਸਤੇ, ਕਸ਼ਮੀਰੀ ਲੋਕਾਂ ਵਾਸਤੇ ਅਤੇ ਕਸ਼ਮੀਰੀ ਸਿੱਖਾਂ ਵਾਸਤੇ ਲਗਾਤਾਰ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ। ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਸ਼ਮੀਰ ਦੇ ਵਿੱਚ ਆਖਿਰ ਕਸ਼ਮੀਰੀ ਲੋਕਾਂ ਦੇ ਹਾਲਾਤ ਕਿਵੇਂ ਦੇ ਨੇ, ਉੱਥੇ ਵਸਦੇ ਸਿੱਖਾਂ ਦੇ ਹਾਲਾਤ ਕਿਵੇਂ ਦੇ ਨੇ, ਅਤੇ ਵਿਸ਼ਵ ਭਰ ਦੇ ਵਿੱਚ ਵਸਦੀਆਂ ਘੱਟ ਗਿਣਤੀ ਕੌਮਾਂ ਜਿਹੜੀਆਂ ਇਹ ਸਮੇਂ-ਸਮੇਂ ਉੱਤੇ ਗੱਲਬਾਤ ਕਰਦੀਆਂ ਰਹਿੰਦੀਆਂ ਨੇ ਕਿ ਵੱਧ ਗਿਣਤੀ ਕੌਮਾਂ ਦੇ ਵੱਲੋਂ ਜਾਂ ਹਕੂਮਤਾਂ ਦੇ ਵੱਲੋਂ ਉਹਨਾਂ ਦਾ ਜਿਹੜਾ ਘਾਣ ਹੈ ਉਹ ਕੀਤਾ ਜਾ ਰਿਹਾ। ਉਹਨਾਂ ਦੇ ਨਾਲ ਗੱਲਬਾਤ ਦੀ ਸਾਂਝ ਪਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਕਸ਼ਮੀਰ ਤੋਂ ਆਉਂਦੇ ਹੋ, ਜੰਮੂ ਕਸ਼ਮੀਰ ਦਾ ਇਲਾਕਾ। ਸਭ ਤੋਂ ਪਹਿਲਾਂ ਤਾਂ ਤੁਹਾਡੇ ਇਲਾਕੇ ਜਿਹੜੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਇਸ ਵਕਤ ਜੰਮੂ ਕਸ਼ਮੀਰ ਗੁਜ਼ਰ ਰਿਹਾ ਹੈ, ਉਹਨਾਂ ਹਾਲਾਤਾਂ ਦੇ ਬਾਰੇ ਅਸੀਂ ਜਾਣਕਾਰੀ ਲੈਣੀ ਚਾਹਾਂਗੇ, ਕਿਉਂਕਿ ਮੀਡੀਆ, ਭਾਰਤੀ ਮੀਡੀਆ ਉਹ ਕੁਝ ਨਹੀਂ ਦਿਖਾ ਪਾ ਰਿਹਾ ਜੋ ਕੁਝ ਉਹਨਾਂ ਨੂੰ ਦਿਖਾਉਣਾ ਚਾਹੀਦਾ ਆ, ਜਾਂ ਉੱਥੇ ਦੀਆਂ ਜਿਹੜੀਆਂ ਗਰਾਊਂਡ ਰਿਐਲਿਟੀਜ਼ ਨੇ। ਦੇਖੋ, ਜੰਮੂ ਕਸ਼ਮੀਰ ਦਾ ਜਿਹੜਾ ਖਿੱਤਾ ਇਹਦੇ ਟੋਟਲ 3 ਹਿੱਸੇ ਨੇ ਜੋ ਮੇਨਲੀ ਜਾਣੇ ਜਾਂਦੇ ਨੇ। ਇੱਕ ਜੰਮੂ ਦਾ ਹਿੱਸਾ ਹੋ ਗਿਆ, ਲੱਦਾਖ ਤੇ ਕਸ਼ਮੀਰ ਦਾ। ਤੇ ਤਿੰਨਾਂ ਜਿਹੜੇ ਖਿੱਤਿਆਂ ਦੀ ਰਿਐਲਿਟੀ ਹੈ ਬਿਲਕੁਲ ਡਿਫਰੈਂਟ ਹੈ, ਨੈਰੇਟਿਵ ਅਲੱਗ ਹੈ ਤੇ ਹਾਲਾਤ ਅਲੱਗ ਨੇ। ਕਸ਼ਮੀਰ ਦੇ ਹਾਲਾਤ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਜਿਹੜੇ ਨੇ ਉਹ ਬਦ ਤੋਂ ਬੱਤਰ ਹੋ ਰਹੇ ਨੇ, ਸੁਧਰ ਨਹੀਂ ਰਹੇ। ਜਿੰਨੀਆਂ ਵੀ ਕੌਮਾਂ ਕਸ਼ਮੀਰ 'ਚ ਰਹਿ ਰਹੀਆਂ ਨੇ, ਸਾਰੇ ਹੀ ਜਿਹੜੇ ਨੇ ਉਹ ਸਪਰੈਸ਼ਨ ਦਾ ਇਸਲਾਮਿਕ ਮਾਹੌਲ ਜਿਹੜਾ ਫੇਸ ਕਰ ਰਹੀਆਂ ਨੇ। ਸਾਰਿਆਂ ਦੀ ਪ੍ਰੋਬਲਮ ਜਿਹੜੀਆਂ ਨੇ ਡੇ ਬਾਏ ਡੇ ਵੱਧ ਰਹੀਆਂ ਨੇ। ਖਾਸ ਤੌਰ 'ਤੇ ਜੇ ਅਸੀਂ ਵੇਖੀਏ ਤਾਂ ਆਰਟੀਕਲ 370 ਜਦੋਂ ਰਿਵੋਕੇਟ ਹੋਇਆ ਹੈ 2019 ਤੋਂ ਬਾਅਦ ਹਾਲਾਤ ਇਹੋ ਜਿਹੇ ਨੇ, ਸਾਨੂੰ ਲੱਗਦਾ ਕਿ ਵੀ ਆਰ ਇਨ ਸਟੇਟ ਆਫ ਅਨਡਿਕਲੇਅਰਡ ਐਮਰਜੈਂਸੀ। ਸਾਨੂੰ ਕੋਈ ਸਮਝ ਨਹੀਂ ਲੱਗਦੀ ਕਿ ਕੌਣ ਕਾਨੂੰਨ ਬਣਾ ਰਿਹਾ, ਕੌਣ ਕਾਨੂੰਨ ਤੋੜ ਰਿਹਾ, ਤੇ ਮੈਨੇਜਮੈਂਟ ਸਟੇਟ ਦੀ ਜਿਹੜੀ ਆ ਉਹ ਯੂਟੀ ਦੀ ਕਿਸ ਤਰ੍ਹਾਂ ਹੋ ਰਹੀ ਹੈ, ਸੋ ਕਾਲਡ ਯੂਟੀ ਦੀ। ਤੇ ਸਾਰਿਆਂ ਦੇ ਆਪਣੇ ਆਪਣੇ ਮੁੱਦੇ ਨੇ, ਪਰ ਮੋਸਟਲੀ ਜੋ ਮੇਨ ਕਸ਼ਮੀਰੀ ਲੈਂਡ ਦਾ ਮੁੱਦਾ ਹੈ ਉਹ ਹੈ ਕਿ ਕਸ਼ਮੀਰੀਆਂ ਨੂੰ ਅੱਜ ਜਿਹੜਾ ਇਸ ਤਰ੍ਹਾਂ ਲੱਗਦਾ ਕਿ ਜਿਹੜੀ ਇੱਕ ਫੰਡਾਮੈਂਟਲ ਸਟਰਕਚਰ ਹੈ, ਜਿਹੜਾ ਕੌਨਸਟੀਟਿਊਸ਼ਨਲ ਸਟਰਕਚਰ ਹੈ, ਡੈਮੋਕ੍ਰੈਟਿਕ ਸਟਰਕਚਰ ਹੈ, ਉਹ ਪੂਰਾ ਕਲੈਪਸ ਹੋ ਗਿਆ ਹੈ ਤੇ ਸਾਡੀ ਆਵਾਜ਼ ਕੋਈ ਸੁਣ ਨਹੀਂ ਰਿਹਾ। ਕਿਉਂਕਿ 2019 ਦੇ ਵਿੱਚ ਤੁਸੀਂ ਵੇਖੋਗੇ ਜਦੋਂ ਆਰਟੀਕਲ ਅਬਰੀਗੇਟ ਕੀਤਾ ਗਿਆ ਤੇ ਇੱਕ ਤਾਨਾਸ਼ਾਹੀ ਵਾਲਾ ਰਵੱਈਆ ਜਿਹੜਾ ਸਰਕਾਰ ਨੇ ਇਖਤਿਆਰ ਕੀਤਾ। ਘੱਟੋ ਘੱਟ 6 ਮਹੀਨੇ ਨਾ ਤੁਹਾਡੇ ਕੋਲ ਫੋਨ ਨੈਟਵਰਕ ਸੀ, ਨਾ ਤੁਹਾਡੇ ਕੋਲ ਇੰਟਰਨੈਟ ਸੀ, ਨਾ ਤੁਹਾਡੇ ਕੋਲ ਕੋਈ ਹੋਰ ਸਹੂਲਤ ਸੀ। ਤੁਹਾਡੇ ਫਾਰਮਰ ਪ੍ਰੈਜ਼ੈਂਟ ਦੋਨੋਂ ਚੀਫ ਮਿਨਿਸਟਰ ਬੰਦ ਕਰਤੇ ਕਿਤੇ, ਸਪਿਰਿਟਿਸਟ, ਐਕਟਿਵਿਸਟ, ਹਰ ਇੱਕ ਬੰਦਾ ਤੁਸੀਂ ਚੁੱਕ ਕੇ ਜੇਲ੍ਹਾਂ 'ਚ ਅੰਦਰ ਪਾ ਦਿੱਤਾ। ਤੇ ਜਦੋਂ ਮੇਰੀ ਗੱਲ ਅੱਜ ਵੀ ਕਸ਼ਮੀਰ ਦੇ ਨੌਜਵਾਨਾਂ ਨਾਲ ਹੁੰਦੀ ਹੈ ਨਾ, ਤੇ ਇੱਕ ਸਾਡੇ ਕੋਲ ਜਿਹੜਾ ਆਊਟਕਮ ਮਿਲਦਾ ਹੈ ਕਿ ਆਰਟੀਕਲ ਟੁੱਟਣ ਤੋਂ ਜ਼ਿਆਦਾ ਖੌਫਨਾਕ ਇਹ ਸੀ ਜਿਸ ਤਰੀਕੇ ਦੇ ਨਾਲ ਆਰਟੀਕਲ ਤੋੜਿਆ ਗਿਆ।
ਤੇ ਇਹ ਪਹਿਲੀ ਵਾਰ ਇਦਾਂ ਦਾ ਕੋਈ ਸਟੇਟ ਨੇ ਕੰਮ ਨਹੀਂ ਕੀਤਾ। ਜਦੋਂ ਅਸੀਂ ਮੇਰੇ ਪੜਦਾਦੇ ਦਾ ਟਾਈਮ ਵੇਖਦੇ ਹਾਂ, ਜਿਹੜੇ ਮੇਰੇ ਐਂਸੈਸਟਰਸ ਨੇ, ਤੇ ਜਿਹੜਾ ਕਸ਼ਮੀਰ ਦਾ ਸਦਰ ਰਿਆਸਤ ਸੀ ਉਹਨੂੰ ਬੰਦ ਕੀਤਾ ਜਾਂਦਾ, ਉਹਨੂੰ ਜੇਲ੍ਹ ਕੀਤੀ ਜਾਂਦੀ ਹੈ। ਆਫਟਰ ਦੈਟ 90s 80s ਦੇ ਵਿੱਚ ਇਲੈਕਸ਼ਨ ਰਿਗ ਹੁੰਦੀ ਹੈ ਤੇ ਇੱਕ ਵੱਡਾ ਧੋਖਾ ਲੱਗਦਾ ਹੈ। ਤੇ ਹੁਣ ਜਿਹੜੀ ਸਾਡੀ ਜਨਰੇਸ਼ਨ ਹੈ ਉਹ ਜਿਹੜੀ ਹੈ ਇੱਕ ਇੰਨਾ ਵੱਡਾ ਟਰਾਮਾ ਫੇਸ ਕਰ ਰਹੀ ਹੈ ਆਰਟੀਕਲ ਟੁੱਟਣ ਤੋਂ ਬਾਅਦ। ਤੇ ਕਸ਼ਮੀਰ ਦੇ ਵਿੱਚ ਆਲ ਓਵਰ ਜੇ ਸਾਰੀਆਂ ਕੌਮਾਂ ਨੂੰ ਮਿਲਾ ਕੇ ਵੇਖੀਏ ਤਾਂ ਲੋਕ ਪਰੇਸ਼ਾਨ ਨੇ, ਤੰਗ ਨੇ, ਕਿਉਂਕਿ ਸਰਕਾਰ ਦੇ ਕੋਲ ਕੋਈ ਰਾਹ ਨਹੀਂ ਹੈ ਜਿਹਨੂੰ ਕਹੀਏ ਕਿ ਉਹ ਪੀਸ ਸਟੇਟ 'ਚ ਲੈ ਕੇ ਆ ਸਕਣ। ਉਹ ਬਾਰ-ਬਾਰ ਫੇਲਡ ਆਪਰੇਸ਼ਨ ਕਰਦੇ ਨੇ, ਜਿੱਦਾਂ ਇੱਕ ਅਸੀਂ ਸਰਜਰੀ ਕਰ ਲਈਏ ਕਿ ਸਰਜਰੀ ਕਰਦੇ ਨੇ ਹਰ ਵਾਰੀ ਕੋਈ, ਤੇ ਵਿਦਿਨ ਸਮ ਟਾਈਮ ਜਿਹੜੇ ਸਾਨੂੰ ਪਤਾ ਚੱਲਦਾ ਕਿ ਇਹ ਫੇਲਡ ਆਪਰੇਸ਼ਨ ਹੈ, ਫੇਲਡ ਸਰਜਰੀ ਹੈ, ਤੇ ਸਾਡੀ ਜਿਹੜੀ ਪਰੇਸ਼ਾਨੀ ਹੈ ਉਹ ਹੋਰ ਵੱਧ ਰਹੀ ਹੈ। ਅੰਗਦ ਸਿੰਘ ਜੀ, ਇੱਥੇ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਕਸ਼ਮੀਰ ਦੇ ਵਿੱਚ ਲੋਕ ਜਿਹੜੇ ਪੀੜਤ ਨੇ, ਕੀ ਉਹ ਮੁਸਲਮਾਨ ਨੇ, ਜਿੰਨੀਆਂ ਵੀ ਕੌਮਾਂ ਕਸ਼ਮੀਰ ਦੇ ਵਿੱਚ ਵਸਦੀਆਂ ਨੇ, ਉਹ ਆਰਟੀਕਲ ਟੁੱਟਣ ਤੋਂ ਬਾਅਦ ਉਹ ਪੀੜਤ ਹੋਈਆਂ ਨੇ, ਉਹਨਾਂ ਨੂੰ ਉੱਥੇ ਦਿੱਕਤਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਦੇਖੋ, ਕਈ ਵਾਰੀ ਮੈਜੋਰਟੀ ਫੈਕਟਰ ਵਿੱਚ ਬੰਦਿਆਂ ਨੂੰ ਸਮਝ ਨਹੀਂ ਆਉਂਦਾ ਕਿ ਸਾਡਾ ਜਿਹੜਾ ਘਾਣ ਹੋ ਰਿਹਾ ਹੈ, ਤੇ ਲੋਕ ਫਿਰਕਾ ਪ੍ਰਸਤੀ ਨੂੰ ਜਿਹੜਾ ਉਹ ਸਮਝ ਨਹੀਂ ਸਕਦੇ। ਫਿਰਕਾ ਪ੍ਰਸਤੀ ਭਾਵੇਂ ਸਿੱਖਾਂ 'ਚ ਹੋਵੇ, ਹਿੰਦੂਆਂ 'ਚ ਹੋਵੇ, ਮੁਸਲਮਾਨਾਂ 'ਚ ਹੋਵੇ, ਕਿਸੇ ਕੌਮ 'ਚ ਹੀ ਹੋਵੇ, ਫਿਰਕਾ ਪ੍ਰਸਤੀ ਜਿਹੜੀ ਹੈ ਉਹ ਇੱਕ ਮਿਸਰੀਜ਼ ਨੂੰ ਜਿਹੜਾ ਨਾ ਉਹ ਬੁਲਾਉਂਦੀ ਹੈ, ਮਿਸਰੀਜ਼ ਕੌਮਾਂ ਨਾਲ ਲੈ ਕੇ ਆਉਂਦੀ ਹੈ। ਤੇ ਜੇ ਅਸੀਂ ਇਹ ਸਮਝੀਏ ਕਿ ਆਰਟੀਕਲ ਟੁੱਟਣ ਤੋਂ ਬਾਅਦ ਕੀ ਹੋਇਆ, ਆਰਟੀਕਲ ਟੁੱਟਣ ਤੋਂ ਬਾਅਦ ਜਿਹੜਾ ਕਸ਼ਮੀਰ ਦਾ ਖਿੱਤਾ ਉਹਦੇ ਵਿੱਚ ਬਹੁਤ ਜ਼ਿਆਦਾ ਇੱਕ ਇਨਸਿਕਿਉਰਿਟੀ ਜਿਹੜੀ ਹੈ ਯੂਥ ਦੇ ਵਿੱਚ ਹੋਈ ਹੈ। ਲੋਕ ਏਲੀਨਾਈਜ਼ ਹੋਏ ਨੇ, ਲੋਕ ਰੈਡੀਕਲਾਈਜ਼ ਹੋਏ ਨੇ, ਭਾਵੇਂ ਸਟੇਟ ਮੰਨੇ ਜਾਂ ਨਾ ਮੰਨੇ, ਨਿਊਜ਼ ਏਜੰਸੀਆਂ ਮੰਨਣ ਜਾਂ ਨਾ ਮੰਨਣ, ਪਰ ਜੋ ਗਰਾਊਂਡ ਦੀ ਰਿਐਲਿਟੀ ਹੈ, ਲੋਕ ਏਲੀਨਾਈਜ਼ ਹੋਏ ਨੇ, ਲੋਕ ਰੈਡੀਕਲਾਈਜ਼ ਹੋਏ ਨੇ। ਦੂਜੀ ਗੱਲ ਜਿਹੜੀ ਤੇ ਮੈਂ ਤੁਹਾਨੂੰ ਨੋਟ ਕਰਾ ਦੇਵਾਂ ਕਿ ਆਰਟੀਕਲ ਟੁੱਟਣ ਤੋਂ ਬਾਅਦ ਸਾਡਾ ਪਹਿਲੇ ਤੋਂ ਇੱਕ ਬਹੁਤ ਵੱਡਾ ਫਾਈਨੈਂਸ਼ੀਅਲ ਜਿਹੜਾ ਉਹ ਲਾਸ ਚੱਲ ਰਿਹਾ ਸੀ, ਕਿਉਂਕਿ ਵੀ ਕਸ਼ਮੀਰ ਦੇ ਵਿੱਚ ਇਦਾਂ ਦੇ ਵੀ ਹਾਲਾਤ ਨੇ, ਅਸੀਂ ਰਿਸਪੌਂਸਿਬਲ ਜਿਹੜਾ ਹੈ ਗਵਰਨਮੈਂਟ ਨੂੰ ਠਹਿਰਾਵਾਂਗੇ, ਕਿਉਂਕਿ ਦੇ ਹੈਵ ਅਥਾਰਟੀ, ਦੇ ਆਰ ਐਡਮਿਨਿਸਟ੍ਰੇਸ਼ਨ, ਦੇ ਹੈਵ ਟੂ ਐਡਮਿਨਿਸਟ੍ਰੇਟ ਦੀ ਸਟੇਟ। ਤੇ ਜੇ ਹਾਲਾਤ ਠੀਕ ਨਹੀਂ ਹੋ ਰਹੇ ਤੇ ਸਿੱਧੀ ਤੌਰ ਤੇ ਜਿਹੜਾ ਉਹਦਾ ਸਾਰਾ ਜਿਹੜਾ ਇੱਕ ਬਲੇਮ ਹੈ ਉਹ ਸਟੇਟ ਤੇ ਹੀ ਰਹੇਗਾ, ਕਿਉਂਕਿ ਉਹਨਾਂ ਦਾ ਕੰਮ ਸੀ ਹਾਲਾਤ ਠੀਕ ਕਰਨਾ। ਪਰ ਬਾਰ-ਬਾਰ ਉਹ ਇੱਕ ਸਰਜਰੀ ਕਰਦੇ ਨੇ ਤੇ ਬਾਅਦ ਜਿਹੜੀ ਉਹ ਇੱਕ ਫੇਲਡ ਪੋਲੀਟੀਕਲ ਸਰਜਰੀ ਹੁੰਦੀ ਹੈ। ਫਾਈਨੈਂਸ਼ਲੀ ਹਰ ਇੱਕ ਕੌਮ ਜਿਹੜੀ ਹੈ ਉਹ ਲਾਸ 'ਚ ਹੈ। ਅਸੀਂ ਫਿਜ਼ੀਕਲੀ ਵੇਖੀਏ ਜਿਹੜੀ ਡੈਥਸ ਹੋਈਆਂ ਨੇ, ਉਹਦੇ ਵਿੱਚ ਸਿੱਖਾਂ ਦਾ ਵੀ ਇੱਕ ਰੈਸ਼ੂ ਹੈ, ਪੰਡਤਾਂ ਦਾ ਵੀ ਇੱਕ ਬਹੁਤ ਬੜਾ ਰੈਸ਼ੂ ਹੈ। ਹਾਲੀ ਵੀ ਸਿਵਲੀਅਨ ਕਿਲਿੰਗਸ ਹੋਈਆਂ ਜਿਹਦੇ ਵਿੱਚ ਬਈਏ ਵੀ ਬਾਹਰ ਦੇ ਮਾਰੇ ਗਏ, ਜਿਹਦੇ ਵਿੱਚ ਕਸ਼ਮੀਰੀ ਸਿੱਖ ਜਿਹੜੇ ਨੇ ਉਹ ਵੀ ਮਾਰੇ ਗਏ, ਪੰਡਤ ਵੀ ਮਾਰੇ ਗਏ, ਤੇ ਜਿਹੜਾ ਹਿਊਮਨ ਲਾਈਫ ਲਾਸ ਹੈ ਉਹ ਵੀ ਸਾਰਿਆਂ ਦਾ ਹੁੰਦਾ ਹੈ। ਤੇ ਬਾਕੀ ਤੁਸੀਂ ਲਾ ਲਓ ਕਿ ਹਰ ਇੱਕ ਪ੍ਰਕਾਰ ਦਾ ਲਾਈਫ ਲਾਸ ਹੋਵੇ, ਭਾਵੇਂ ਇੱਕ ਮਿਲੀਟੈਂਟ ਹੋਵੇ, ਭਾਵੇਂ ਇੱਕ ਆਰਮੀ ਸੋਲਜਰ ਹੋਵੇ, ਪੁਲਿਸਮੈਨ ਹੋਵੇ, ਸਿਵਲੀਅਨ ਹੋਵੇ, ਲਾਈਫ ਲਾਸ ਔਨ ਹਿਊਮਨਿਟੇਰੀਅਨ ਬੇਸ ਅਸੀਂ ਵੇਖੀਏ ਤੇ ਹਿਊਮਨ ਲਾਈਫ ਲਾਸ ਕੰਟੀਨਿਊ ਜਾ ਰਿਹਾ, ਪਰ ਕੋਈ ਰੈਜ਼ੋਲੂਸ਼ਨ ਨਹੀਂ ਹੈ, ਕੋਈ ਜਿਹੜਾ ਇੱਕ ਸੋਲੂਸ਼ਨ ਨਹੀਂ ਹੈ। ਬਾਰ-ਬਾਰ ਉਸ ਚੀਜ਼ ਨੂੰ ਖਿੱਚਦੇ ਜਾ ਰਹੇ ਨੇ। ਤੇ ਗੱਲ ਰਹੀ ਕਿ ਬਾਕੀਆਂ ਕੌਮਾਂ ਦੀ ਲਾਈਫ ਲਾਸ ਹੀ ਸਾਰੀਆਂ ਕੌਮਾਂ ਦਾ ਹੋਇਆ, ਇਹ ਗੱਲ ਸੱਚ ਹੈ ਕਿ ਮੁਸਲਮਾਨਾਂ ਦਾ ਜਿਹੜਾ ਹੈ ਸਾਡੇ ਤੋਂ ਜ਼ਿਆਦਾ ਹੋਇਆ ਹੈ, ਪਰ ਸਾਰੀਆਂ ਹੀ ਕੌਮਾਂ ਦਾ ਲਾਈਫ ਲਾਸ ਹੋਇਆ ਐਟ ਆਲ। ਫਾਈਨੈਂਸ਼ਲੀ ਜਿਹੜਾ ਕਸ਼ਮੀਰ ਪੂਰੀ ਤੌਰ ਤੇ ਜਿਹੜਾ ਕਲੈਪਸ ਹੋ ਗਿਆ, ਫਾਈਨੈਂਸ਼ਲੀ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਡਾਊਨ ਚਲਾ ਗਿਆ ਹੈ। ਜਿਹੜੀਆਂ ਕੌਮਾਂ ਵਸਦੀਆਂ ਨੇ, ਚਾਹੇ ਉਹ ਮੁਸਲਿਮ ਕੌਮਾਂ ਹੋਣ ਜਾਂ ਕਸ਼ਮੀਰੀ ਪੰਡਿਤ ਹੋਣ, ਜਾਂ ਉੱਥੇ ਜਿਹੜੇ ਪ੍ਰਵਾਸੀ ਮਜ਼ਦੂਰ ਉੱਥੇ ਕੰਮ ਕਰਨ ਜਾਂਦੇ ਨੇ, ਜਾਂ ਸਿੱਖ, ਵੱਡੀ ਗਿਣਤੀ ਵਿੱਚ ਸਿੱਖ ਉੱਥੇ ਵਸਦੇ ਨੇ, ਤਾਂ ਇਹਨਾਂ ਦਾ ਆਪਸ ਦੇ ਵਿੱਚ ਭਾਈਚਾਰਾ ਕਿਵੇਂ ਦਾ, ਆਪਸ ਦੇ ਵਿੱਚ ਕਿਸ ਨਜ਼ਰੀਏ ਨਾਲ ਇੱਕ ਦੂਜੇ ਨੂੰ ਦੇਖਿਆ ਜਾ ਰਿਹਾ? ਦੇਖੋ, ਮੈਂ ਸਿੱਖਾਂ ਦੀ ਇੱਥੇ ਇੱਕ ਪਰਸਪੈਕਟਿਵ ਰੱਖ ਸਕਦਾ, ਕਿਉਂਕਿ ਮੈਂ ਸਿੱਖ ਕੌਮ ਤੋਂ ਬਿਲੋਂਗ ਕਰਦਾ, ਕਿ ਸਿੱਖਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਤੇ ਉਹ ਹਾਲਾਤਾਂ ਤੋਂ ਹਾਰੇ ਨਹੀਂ। ਸਾਡਾ ਰਿਹਾ ਇਤਿਹਾਸ ਕਿ ਅਸੀਂ ਕਾਨੂੰਨਾਂ ਦੀ ਸ਼ਾਮ ਲੈ ਲਈ, ਬੀਕਾਨੇਰ ਦੀ ਪਹਾੜੀਆਂ ਲੈ ਲਈ, ਅਸੀਂ ਕਦੇ ਝੁਕੇ ਨਹੀਂ। ਤੇ ਸਾਨੂੰ ਹਾਲਾਤ ਜਿਹੜੇ ਨੇ ਕਦੇ ਉਹ ਇਦਾਂ ਦਾ ਤੰਗ ਪਰੇਸ਼ਾਨ ਨਹੀਂ ਕਰ ਸਕੇ ਕਿ ਅਸੀਂ ਦਹਿਸ਼ਤ 'ਚ ਰਹਿ ਕੇ ਤੇ ਛੱਡ ਜਾਈਏ। ਹਾਂ, ਹਾਲਾਤ ਘੱਲੇ ਸਿੱਖਾਂ ਨੇ ਲਈ, ਹਰ ਇੱਕ ਕੌਮ ਲਈ ਉੱਥੇ ਜਿਹੜੇ ਨੇ ਖਰਾਬ ਨੇ। ਮੁਸਲਮਾਨਾਂ ਲਈ ਇੱਕ ਜਿਹੜਾ ਉਹ ਡਰ ਦਾ ਮਾਹੌਲ ਹੈ, ਹਿੰਦੂਆਂ ਲਈ ਡਰ ਦਾ ਮਾਹੌਲ ਹੈ, ਸਿੱਖਾਂ ਲਈ ਡਰ ਦਾ ਮਾਹੌਲ ਹੈ, ਕਿਉਂਕਿ ਇੱਕ ਕੌਨਫਲਿਕਟ ਸਟੇਟ ਹੈ, ਇੱਕ ਅਨਰਿਜ਼ੋਲਵਡ ਕੌਨਫਲਿਕਟ ਚੱਲ ਰਿਹਾ ਉੱਥੇ। ਸਿੱਖਾਂ ਦੇ ਆਪਣੇ ਮੁੱਦੇ ਨੇ ਜਿਹੜੇ ਕਾਫੀ ਟਾਈਮ ਤੋਂ ਸਟੇਟ ਐਡਰੈਸ ਨਹੀਂ ਕਰ ਰਹੀ। ਸਾਡਾ ਮਾਈਨੋਰਿਟੀ ਸਟੇਟਸ ਦਾ ਮਸਲਾ ਹੈ, ਕਿਉਂਕਿ ਜਿਹੜੀ ਸਾਡੀ, ਦੇਖੋ, ਜੇ ਬੰਦੇ ਦੇ ਜੇਬ 'ਚ ਪੈਸਾ ਹੋਏਗਾ, ਮੂੰਹ ਦੇ ਵਿੱਚ ਰੋਟੀ ਹੋਏਗੀ, ਤਾਂ ਹੀ ਉਹ ਸਰਵਾਈਵ ਕਰ ਸਕਦਾ। ਕਸ਼ਮੀਰੀ ਸਿੱਖਾਂ ਦਾ ਬਹੁਤ ਵੱਡਾ ਮਸਲਾ ਹੈ ਮਾਈਨੋਰਿਟੀ ਸਟੇਟਸ ਦਾ, ਪਰ ਉਹ ਕਾਫੀ ਟਾਈਮ ਤੋਂ ਜਿਹੜਾ ਅਣਗਹਿਲੀਆਂ ਕਰਕੇ ਸਰਕਾਰਾਂ ਦੀ ਪੂਰਾ ਨਹੀਂ ਹੋ ਰਿਹਾ, ਜਿਹੜਾ ਕਿ ਜੈਨੂਇਨ ਇਸ਼ੂ ਹੈ। ਪਰ ਬਾਰ-ਬਾਰ ਪਤਾ ਨਹੀਂ ਇਸ ਕਰਕੇ, ਕਿਉਂਕਿ ਸਿੱਖ ਜਿਹੜੇ ਹਿਊਮਨ ਰਾਈਟ ਵਾਇਲੇਸ਼ਨ ਦੇ ਖਿਲਾਫ ਗੱਲ ਕਰਦੇ ਨੇ, ਤਾਂ ਕਰਕੇ ਸਾਨੂੰ ਉਹ ਨਹੀਂ ਦੇ ਰਹੇ। ਜਾਂ ਫਿਰ ਹੋ ਸਕਦਾ ਹੈ ਕਿ ਹਿੰਦ ਦੀ ਸਰਕਾਰ ਨੂੰ ਕਸ਼ਮੀਰ ਦੇ ਸਿੱਖ ਚੰਗੇ ਨਹੀਂ ਲੱਗਦੇ, ਕਿਉਂਕਿ ਉਹਨਾਂ ਦਾ ਇਹ ਚੀਜ਼ ਮਾਈਨੋਰਿਟੀ ਸਟੇਟਸ ਨੂੰ ਨਾ ਐਡਰੈਸ ਕਰਨ ਕਰਕੇ ਕਾਫੀ ਜ਼ਿਆਦਾ ਕਸ਼ਮੀਰ ਜਿਹੜਾ ਸਿੱਖ ਹੈ ਉਹ ਸਾਇਲੈਂਟ ਮਾਈਗ੍ਰੇਸ਼ਨ ਵੀ ਕਰ ਚੁੱਕਿਆ ਹੈ। ਇਹ ਗੱਲ ਆਖੀ ਜਾਂਦੀ ਹੈ ਕਿ ਉਹ ਪੱਥਰਬਾਜ਼ ਨੇ, ਉੱਥੇ ਨੌਜਵਾਨ ਉਹ ਪੱਥਰ ਮਾਰਦੇ ਨੇ, ਪਰ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿ ਆਖਰ ਉਹ ਪੱਥਰ ਮਾਰਨ ਦੇ ਪਿੱਛੇ ਦੀ ਵਜ੍ਹਾ ਕੀ ਹੈ। ਜੋ ਉੱਥੇ ਦੇ ਨੌਜਵਾਨ ਜਿਹੜੇ ਬਾਗੀ ਹੋ ਰਹੇ ਨੇ ਜਾਂ ਸਿਸਟਮ ਤੋਂ ਬਾਗੀ ਹੋ ਰਹੇ ਨੇ, ਉਹਦਾ ਕਾਰਨ ਕੀ ਹੈ? ਕਿਉਂਕਿ ਇਹ ਵੀ ਗੱਲਾਂ ਆਖੀਆਂ ਜਾਂਦੀਆਂ ਨੇ ਕਿ ਭਾਰਤ ਨੂੰ ਕਸ਼ਮੀਰ ਦੀ ਭੂਮੀ ਚਾਹੀਦੀ ਹੈ, ਕਸ਼ਮੀਰੀ ਲੋਕ ਨਹੀਂ ਚਾਹੀਦੇ। ਦੇਖੋ, ਜੋ ਮੇਨਲੈਂਡ ਇੰਡੀਆ 'ਚ ਇੰਸੀਡੈਂਟ ਹੁੰਦੇ ਨਾ ਕਿਤੇ ਉਹ ਕਸ਼ਮੀਰ 'ਚ ਨੌਜਵਾਨਾਂ ਨੂੰ ਰੈਡੀਕਲਾਈਜ਼ ਕਰਦੇ ਨੇ, ਇਲਨਾਈਜ਼ ਕਰਦੇ ਨੇ। ਹੁਣ ਜਦੋਂ ਦਿੱਲੀ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਹੋਰ ਸਟੇਟਾਂ ਦੇ ਵਿੱਚ ਇੱਕ ਤੁਸੀਂ ਬਜ਼ੁਰਗ ਮੁਸਲਮਾਨ ਦੀ ਦਾੜੀ ਫੜ ਕੇ ਉਹਨੂੰ ਕਹਿੰਦੇ ਕੋਈ ਜੈ ਸ਼੍ਰੀ ਰਾਮ ਕਹੇ, ਤੂੰ ਭਾਰਤ ਮਾਤਾ ਕੀ ਜੈ ਕਹੇ, ਤੇ ਕਿਤੇ ਨਾ ਕਿਤੇ ਇੰਪੈਕਟ ਜਿਹੜੀ ਮੁਸਲਿਮ ਮੈਜੋਰਟੀ ਸਟੇਟ ਨੇ ਉੱਥੇ ਉਹ ਇੰਪੈਕਟ ਤੇ ਹੋਣਾ ਹੀ ਹੈ। ਹੁਣ ਤੁਸੀਂ ਕਿੰਨਾ ਐਕਸੈਪਟ ਕਰ ਸਕਦੇ? ਤੁਸੀਂ ਦਿੱਲੀ 'ਚ ਕੁਝ ਇਦਾਂ ਨਾ ਕਰ ਰਹੇ ਹੋ, ਤੁਸੀਂ ਨਮਾਜ਼ ਪੜ੍ਹਨ ਦੀ ਜਗ੍ਹਾ ਤੇ ਗੋਹਾ ਸੁੱਟ ਰਹੇ ਹੋ, ਉਹਨੂੰ ਪੜ੍ਹ ਨਹੀਂ ਦੇ ਰਹੇ, ਤੇ ਉਹ ਏਲੀਨਾਈਜੇਸ਼ਨ, ਰੈਡੀਕਲਾਈਜੇਸ਼ਨ ਕਸ਼ਮੀਰ 'ਤੇ ਤੁਹਾਨੂੰ ਨਜ਼ਰ ਆਏਗੀ ਨਾ, ਤੁਸੀਂ ਉਹ ਤੋਂ ਮੁਨੱਕਰ ਨਹੀਂ ਹੋ ਸਕਦੇ। ਤੇ ਜਿਹੜੀ ਏਲੀਨਾਈਜੇਸ਼ਨ, ਰੈਡੀਕਲਾਈਜੇਸ਼ਨ ਕਸ਼ਮੀਰ 'ਚ ਹੈ, ਕਿਤੇ ਨਾ ਕਿਤੇ ਸਟੇਟ ਤੋਂ ਰਿਸਪੌਂਸਿਬਿਲਿਟੀ ਲੈਣੀ ਪਏਗੀ। 70 ਸਾਲ ਤੱਕ ਕਸ਼ਮੀਰ 'ਚ ਪਾਕਿਸਤਾਨ ਰਾਜ ਨਹੀਂ ਕਰ ਰਿਹਾ, ਇੰਡੀਆ ਰਾਜ ਕਰ ਰਿਹਾ ਹੈ, ਭਾਵੇਂ ਜਿੱਦਾਂ ਦੇ ਵੀ ਹਾਲਾਤ ਨੇ, ਜੋ ਵੀ ਹੈ, ਪਰ ਘੱਟੋ ਘੱਟ ਦੇ ਆਰ ਅਕਾਊਂਟੇਬਲ,
ਦੇ ਆਰ ਰਿਸਪੌਂਸਿਬਲ ਜੇ ਉਹਦੇ ਹਾਲਾਤ ਠੀਕ ਨਹੀਂ ਹੋ ਰਹੇ। ਉਹ ਬਾਰ-ਬਾਰ ਇੱਕ ਆਪਣਾ ਜਿਹੜਾ ਇੱਕ ਨੈਰੇਟਿਵ ਸਰ ਦਿੰਦੇ ਨੇ। ਤੇ ਹੁਣ 19 ਤੋਂ ਨੈਰੇਟਿਵ ਚੱਲਿਆ ਨਏ ਕਸ਼ਮੀਰ ਦਾ। ਨਏ ਕਸ਼ਮੀਰ 'ਚ ਕੀ ਹੋ ਰਿਹਾ ਹੈ? 2015 ਦੇ 14 'ਚ ਮਾਰਕੀਟ 12 ਵਜੇ ਤੱਕ ਖੁੱਲਦਾ ਸੀ, ਅੱਜ 6 ਵਜੇ ਹੀ ਬੰਦ ਹੋ ਜਾਂਦਾ ਹੈ। ਜਿਹੜੇ ਬਾਹਰ ਦੇ ਨੌਨ ਲੋਕਲਸ ਨੇ ਉੱਥੇ ਇੰਨੀ ਦੇਰ ਤੋਂ ਕੰਮ ਕਰ ਰਹੇ ਨੇ, ਨਾਓ ਦੇ ਆਰ ਫੀਲਿੰਗ ਸਕੇਅਰਡ। ਜਿਹੜੇ 90 ਤੋਂ ਜੇ ਕਦੇ ਨਹੀਂ ਕਿਤੇ ਗਏ, ਜਿਹੜੇ ਡਰ ਨਹੀਂ ਰਹੇ, ਅੱਜ ਉਹ ਸਕੇਅਰਡ ਫੀਲ ਕਰ ਰਹੇ ਨੇ, ਉਹ ਕਸ਼ਮੀਰ ਛੱਡ ਕੇ ਜਾ ਰਹੇ ਨੇ। ਤੇ ਆਰਟੀਕਲ 20 ਤੋਂ ਬਾਅਦ ਵੇਖੀਏ ਇੱਕ ਪੋਲੀਟੀਕਲ ਫੇਲ ਸਰਜਰੀ ਰਹੀ ਤੇ ਲੋਕਾਂ ਨੂੰ ਹੋਰ ਮਿਸਰੀਜ਼ ਦਿੱਤੀਆਂ ਗਈਆਂ। ਹੁਣ ਅਸੀਂ ਕਰਦੇ ਹਾਂ ਨੌਜਵਾਨ ਰੈਡੀਕਲਾਈਜ਼ ਕਿਉਂ ਹੋ ਰਹੇ ਨੇ? ਜੇ ਕਿਸੇ ਸਟੇਟ ਦੇ ਵਿੱਚ 14 ਸਾਲ ਦਾ ਬੱਚਾ, 16 ਸਾਲ ਦਾ ਬੱਚਾ, 15 ਸਾਲ ਦਾ ਬੱਚਾ ਗਨ ਉਠਾ ਰਿਹਾ ਹੈ, ਇੱਕ ਵਾਰ ਨਹੀਂ, 2 ਵਾਰ ਨਹੀਂ, ਇਹਦਾ ਸੈਕਿੰਡ ਇਨਸੀਡੈਂਟ ਹੋ ਰਹੇ ਨੇ, ਸਟੇਟ ਇਜ਼ ਅਕਾਊਂਟੇਬਲ। ਸਟੇਟ ਕੀ ਕਰ ਰਹੀ ਹੈ? ਤੁਸੀਂ ਗੋਲੀ ਦੇ ਨਾਲ ਮਿਲੀਟੈਂਟ ਖਤਮ ਕਰ ਸਕਦੇ ਹੋ, ਮਿਲੀਟੈਂਸੀ ਖਤਮ ਨਹੀਂ ਕਰ ਸਕਦੇ। ਤੁਹਾਡੇ ਕੋਲ ਇੱਕ ਪਲਾਨ ਹੋਣਾ ਚਾਹੀਦਾ ਹੈ, ਉਹ ਪਲਾਨ ਤੁਹਾਡੇ ਕੋਲ ਹੈ ਨਹੀਂ। ਹੁਣ ਬਾਰ-ਬਾਰ ਅਸੀਂ ਵੇਖਦੇ ਹਾਂ ਕਿ ਮੈਂ ਕੋਟ ਕਰਦਾ ਕਿ 2018-17 ਦੇ ਵਿੱਚ ਇੱਕ ਆਰਮੀ ਜਨਰਲ ਨੇ ਬਿਆਨ ਦਿੱਤਾ ਸੀ ਕਿ ਜੋ ਅਸੀਂ ਕਰ ਰਹੇ ਹਾਂ ਨਾ, ਉਹ ਸੋਲੂਸ਼ਨ ਨਹੀਂ ਹੈ, ਉਹ ਇੱਕ ਮਿਲਟਰੀ ਐਕਸਰਸਾਈਜ਼ ਹੈ। ਸੋਲੂਸ਼ਨ ਜਿਹੜਾ ਹੈ ਉਹ ਅਸੀਂ ਉਦੋਂ ਲੱਭ ਸਕਦੇ ਹਾਂ ਜਦੋਂ ਇੱਕ ਪੋਲੀਟੀਕਲ ਡਾਇਲੌਗ ਹੋਵੇ। ਤੇ ਪੋਲੀਟੀਕਲ ਡਾਇਲੌਗ ਹੋ ਨਹੀਂ ਰਿਹਾ, ਪੋਲੀਟੀਕਲ ਲੋਕਾਂ ਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ। ਆਰਮੀ ਪੁਲਿਸ ਜਿਹੜੀ ਹੈ ਨਾ, ਇਹਦਾ ਇੱਕ ਅਲੱਗ ਸਿਸਟਮ ਹੈ, ਇਹ ਲਾਅ ਐਂਡ ਆਰਡਰ ਮੇਨਟੇਨ ਕਰ ਸਕਦੀ ਹੈ। ਲੇਕਿਨ ਜਿਹੜਾ ਇਸ਼ੂ ਹੈ ਪੋਲੀਟੀਕਲ ਇਸ਼ੂ ਹੈ, ਤੇ ਤੁਸੀਂ ਪੋਲੀਟੀਕਲ ਇਸ਼ੂ ਨੂੰ ਐਡਰੈਸ ਨਹੀਂ ਕਰ ਰਹੇ, ਤਾਂ ਕਰਕੇ ਮਿਸਟਰੀਜ਼ ਜਿਹੜੀਆਂ ਨੇ ਉਹ ਹੋਰ ਵੱਧ ਰਹੀਆਂ ਨੇ। ਜਾਤੀਆਂ ਦੀ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ ਕਿ ਕਸ਼ਮੀਰ ਦੇ ਵਿੱਚ ਫੌਜ ਦੇ ਵੱਲੋਂ, ਮਿਲਟਰੀ ਦੇ ਵੱਲੋਂ ਜਾਂ ਪੁਲਿਸ ਦੇ ਵੱਲੋਂ ਬਹੁਤ ਵੱਡੇ ਪੱਧਰ ਤੇ ਜਾਤੀਆਂ ਕੀਤੀਆਂ ਜਾਂਦੀਆਂ ਨੇ ਕਿ ਉੱਥੇ ਦੇ ਲੋਕਾਂ ਨੂੰ ਘਰੋਂ ਚੱਕ ਕੇ ਕਤਲ ਕਰ ਦਿੱਤਾ ਜਾਂਦਾ ਹੈ, ਲਾਸ਼ਾਂ ਤੱਕ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਮਿਲਦੀਆਂ। ਇਹਨਾਂ ਗੱਲਾਂ ਦੇ ਵਿੱਚ ਇਹ ਕਥਨ ਕਿੰਨੇ ਕੁ ਸੱਚੇ ਨੇ? ਦੇਖੋ, ਕਾਫੀ ਇਨਕਾਊਂਟਰ ਨੇ ਜਿਹੜੇ ਮੀਡੀਆ ਦੇ ਵਿੱਚ ਜਿਹੜੇ ਹਰ ਇੱਕ ਜਗ੍ਹਾ ਤੇ ਫੇਕ ਸਾਬਤ ਹੋਏ ਨੇ। ਮੀਡੀਆ ਨੇ ਸ਼ੁਰੂਆਤ ਕੀਤੀ, ਸਵਾਲ ਚੱਕੇ, ਤੇ ਫਿਰ ਜੋ ਇਨਵੈਸਟੀਗੇਸ਼ਨ ਹੋਈ, ਰੀਸੈਂਟਲੀ ਅਸ਼ਮੀਪੁਰਾ ਇੱਕ ਇਨਕਾਊਂਟਰ ਹੋਇਆ ਸੀ ਸ਼ੋਪੀਅਨ ਦੇ ਵਿੱਚ, ਤੇ ਉਹ ਫਿਰ ਡਿਕਲੇਅਰ ਕੀਤਾ ਗਿਆ ਕਿ ਇਹਦੀ ਰਿਐਲਿਟੀ ਜਿਹੜੀ ਆ ਉਹ ਕੁਝ ਹੋਰ ਸੀ। ਇਦਾਂ ਹੀ ਕਾਫੀ ਸਾਰੇ ਕਲੇਮਸ ਨੇ ਜਿਹੜੇ ਕੀਤੇ ਜਾਂਦੇ ਨੇ ਫੈਮਲੀਆਂ ਵੱਲੋਂ, ਤੇ ਡਿਮਾਂਡ ਫੈਮਲੀਆਂ ਵੱਲੋਂ ਕੀਤੀ ਜਾਂਦੀ ਹੈ ਕਿ ਇਹਦੀ ਪ੍ਰੂਵ ਕੀਤੀ ਜਾਵੇ। ਤੇ ਮੈਨੂੰ ਲੱਗਦਾ ਕਿ ਜੇ ਕਿਤੇ ਫੈਮਿਲੀ ਕਲੇਮ ਕਰਦੀ ਹੈ, ਉਹ ਐਲੀਗੇਸ਼ਨ ਲਾਉਂਦੀ ਹੈ ਕਿ ਐਨਕਾਊਂਟਰ ਦੀ ਜਿਹੜੀ ਰਿਐਲਿਟੀ ਹੈ ਸਾਨੂੰ ਨਹੀਂ ਸਮਝ ਆ ਰਹੀ, ਤੇ ਫਿਰ ਸਿਸਟਮ ਦਾ ਜਿਹੜਾ ਉਹ ਪੂਰਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਪੂਰਾ ਕਨਵਿੰਸ ਕੀਤਾ ਜਾਵੇ, ਜਿਹੜੇ ਸਬੂਤ ਨੇ ਉਹ ਅੱਗੇ ਰੱਖੇ ਜਾਣ। ਕਿਉਂਕਿ ਮੇਰੀ ਇੱਕ ਪਰਸੈਪਸ਼ਨ ਹੈ ਕਿ ਪੰਜਾਬ ਦਾ ਕੌਨਫਲਿਕਟ ਵੇਖਿਆ ਹੋਇਆ ਅਸੀਂ ਹੋਰ ਸਟੇਟਾਂ ਦੇ ਕੌਨਫਲਿਕਟ ਵੇਖੇ ਨੇ। ਕੱਲ੍ਹ ਅਸੀਂ ਨਾਗਾਲੈਂਡ ਦਾ ਸੀਨ ਦੇ ਕੇ ਹਟੇ ਹਾਂ ਕਿ ਕਿਸ ਤਰ੍ਹਾਂ ਜਿਹੜੇ 15 ਸ਼ਹਿਰੀਆਂ ਨੂੰ ਕਤਲ ਕੀਤਾ ਜਾਂਦਾ ਹੈ। ਆਰਮੀ ਕੋਈ ਰੱਬ ਰੂਪ ਨਹੀਂ ਹੁੰਦੀ, ਆਰਮੀ ਕੋਈ ਰੂਹਾਨੀ ਤਾਕਤ ਨਹੀਂ ਹੁੰਦੀ, ਜਦੋਂ ਗਲਤੀਆਂ ਨਹੀਂ ਹੋ ਸਕਦੀਆਂ, ਜੇ ਤੋਂ ਗੁਨਾਹ ਨਹੀਂ ਹੋ ਸਕਦੇ। ਆਰਮੀ ਤੋਂ ਵੀ ਗੁਨਾਹ ਹੋ ਸਕਦੇ ਨੇ, ਆਰਮੀ ਤੋਂ ਵੀ ਗਲਤੀਆਂ ਗੁਨਾਹ ਜਿਹੜੇ ਨੇ ਗਲਤੀਆਂ ਨੇ ਹੋ ਸਕਦੀਆਂ ਨੇ। ਸਿੱਖਾਂ ਦੇ ਸਭ ਤੋਂ ਮੁਕੱਦਸ ਸਥਾਨ ਤੇ ਹਮਲਾ ਕੀਤਾ ਗਿਆ ਦਰਬਾਰ ਸਾਹਿਬ ਤੇ। ਹਿੰਦੁਸਤਾਨ ਦਾ ਸਭ ਤੋਂ ਵੱਡਾ ਜੇ ਇੱਕ ਸਿੱਖ ਲਈ ਕ੍ਰਾਈਮ ਪੁੱਛਿਆ ਜਾਵੇ ਨਾ ਸਟੇਟ ਦਾ, ਤੇ ਉਹ ਅਸੀਂ ਮੰਨਾਂਗੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ। ਤੇ ਜਦੋਂ ਉਸ ਦੌਰਾਨ ਜੋ ਚੀਜ਼ਾਂ ਹੋਈਆਂ, ਅਸੀਂ ਵੀ ਬੜੇ ਐਲੀਗੇਸ਼ਨਸ ਲਾਉਂਦੇ ਹਾਂ, ਬੜੇ ਕਲੇਮ ਕਰਦੇ ਹਾਂ ਕਿ ਸਾਡੀ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਉਹਦੀ ਬੇਰਹਿਮਤੀ ਹੋਈ, ਸਾਡੇ ਸਰੂਪ ਚੋਰੀ ਹੋਏ, ਸਾਡੇ ਅੰਦਰ ਜਿਹੜੇ ਨੇ ਉਹ ਨਿਹੱਤੇ ਬੇਦੋਸ਼ਾਂ ਨੂੰ ਮਾਰਿਆ ਗਿਆ। ਅਸੀਂ ਵੀ ਕਲੇਮ ਕਰਦੇ ਹਾਂ, ਸਾਡੀ ਵੀ ਐਲੀਗੇਸ਼ਨਸ ਨੇ, ਤੇ ਸਾਨੂੰ ਪਤਾ ਕਿ ਸਾਡੀ ਕੌਮ ਦੀ ਕਿੰਨੀ ਰਿਐਲਿਟੀ ਹੈ ਤੇ ਕਿੰਨਾ ਅਸੀਂ ਕੀ ਕਰ ਰਹੇ ਹਾਂ। ਅਸੀਂ ਇਨਵੈਸਟੀਗੇਸ਼ਨ ਦੀ ਡਿਮਾਂਡ ਕਰਦੇ ਹਾਂ, ਪਰ ਅੱਜ ਤੱਕ ਨਹੀਂ ਹੋਈ। ਦੇ ਵਿੱਚ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਪਿੱਛੇ ਜੇ ਘਟਨਾ ਵਾਪਰਦੀ ਹੈ ਕਸ਼ਮੀਰ ਦੇ ਵਿੱਚ ਕਿ ਸਿੱਖ ਲੜਕੀਆਂ ਨੂੰ ਉਹ ਕੁਝ ਮੁਸਲਿਮ ਪਰਿਵਾਰਾਂ ਦੇ ਵੱਲੋਂ ਜਾਂ ਕੁਝ ਮੁਸਲਿਮ ਲੋਕਾਂ ਦੇ ਵੱਲੋਂ ਅਗਵਾ ਕਰਕੇ ਧੱਕੇ ਨਾਲ ਵਿਆਹ ਕਰਵਾਇਆ ਜਾਂਦਾ ਹੈ। 2-3 ਤਾਂ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਕਿ ਜਾਂ ਤਾਂ ਉਹ ਕੁੜੀਆਂ ਆਪਸ ਦੇ ਵਿੱਚ ਉਹਨਾਂ ਨਾਲ ਰਾਜੀ ਸਨ ਜਾਂ ਉਹਨਾਂ ਦੇ ਨਾਲ ਧੱਕਾ ਕੀਤਾ ਗਿਆ। ਤਾਂ ਇੱਕ ਪਾਸੇ ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਪੰਜਾਬ ਦੇ ਵਿੱਚ ਕਸ਼ਮੀਰੀ ਵਿਦਿਆਰਥੀਆਂ ਦੇ ਉੱਤੇ ਮਾੜੇ ਹਾਲਾਤ ਬਣੇ ਤਾਂ ਕਸ਼ਮੀਰੀ ਵਿਦਿਆਰਥੀਆਂ ਨੂੰ ਪੰਜਾਬੀਆਂ ਨੇ, ਕਸ਼ਮੀਰ ਦੀਆਂ ਧੀਆਂ ਨੂੰ ਪੰਜਾਬੀਆਂ ਨੇ ਉਹਨਾਂ ਦੇ ਘਰਾਂ ਤੱਕ ਮਹਿਫੂਜ਼ ਪਹੁੰਚਾਇਆ। ਪਰ ਦੂਸਰੇ ਪਾਸੇ ਉੱਥੇ ਦੇ ਸਿੱਖਾਂ ਦੇ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ। ਇੱਕ ਤਾਂ ਇਹ ਘਟਨਾਵਾਂ ਦੇ ਜਿਹੜੀ ਕਿੰਨੇ ਕੁ ਸੱਚਾਈ ਹੈ ਇਹਨਾਂ ਦੇ ਵਿੱਚ, ਜਾਂ ਕਿਸ ਤਰ੍ਹਾਂ ਇਹ ਵਾਪਰੀਆਂ ਨੇ, ਜਾਂ ਇਹ ਉਤਪੰਨ ਕਿਵੇਂ ਹੋਈਆਂ ਨੇ, ਇਹ ਜਾਣਨਾ ਚਾਹੁੰਦਾ। ਦੇਖੋ, ਜੇ ਮੈਂ ਆਪਣੇ ਤਰਫ ਤੋਂ ਕੋਈ ਗੱਲ ਕਵਾਂਗਾ, ਸ਼ਾਇਦ ਉਹਦੀ ਅਕਾਊਂਟੇਬਿਲਟੀ ਜਿਹੜੀ ਹੋਵੇ, ਉਹਦਾ ਪ੍ਰੂਫ ਜਿਹੜਾ ਮੰਗਿਆ ਜਾਵੇ। ਮੈਂ ਤੁਹਾਨੂੰ ਸੁਜੈਸਟ ਕਰਾਂਗਾ ਕਿ KTV ਜਿਹੜੀ ਆਪਣੀ ਪਰਸਨਲ ਟੀਮ ਕਸ਼ਮੀਰ ਲੈ ਕੇ ਜਾਵੇ ਤੇ ਕਸ਼ਮੀਰ ਦੇ ਸਿੱਖਾਂ ਨਾਲ ਚੀਜ਼ ਡਿਸਕਸ ਕਰੇ। ਇੱਕ ਸੱਚਾਈ ਤੁਹਾਨੂੰ ਮੰਨਣੀ ਪਏਗੀ ਕਿ ਮੈਜੋਰਟੀ ਜਿਹੜੀ ਹੈ ਉਹ ਮਾਈਨੋਰਟੀ ਤੇ ਇਨਫਲੂਐਂਸ ਕਰਦੀ ਹੈ। ਪੰਜਾਬ 'ਚ ਸਿੱਖ ਮੈਜੋਰਟੀ ਹੈ, ਮੁਸਲਮਾਨ ਹਿੰਦੂ ਜਿਹੜੇ ਮਾਈਨੋਰਟੀ ਨੇ, ਸਾਡਾ ਇਨਫਲੂਐਂਸ ਇੱਥੇ ਉਹਨਾਂ ਤੇ ਹੈਗਾ ਹੀ, ਕਿਉਂਕਿ ਸਾਡਾ ਕਲਚਰ ਜਿਹੜਾ ਹੈ, ਬਾਕੀਆਂ ਚੀਜ਼ਾਂ ਨੇ, ਕਿਤੇ ਨਾ ਕਿਤੇ ਸਕੂਲ ਕਾਲਜਾਂ ਦੇ ਵਿੱਚ ਇੱਕ ਸਿੱਖ ਇਨਫਲੂਐਂਸ ਜਿਹੜਾ ਹੈ ਉਹ ਸਾਨੂੰ ਮਿਲਦਾ ਹੈ। ਕਸ਼ਮੀਰ ਦੇ ਵਿੱਚ ਸੇਮ ਸਿਸਟਮ ਹੈ ਕਿ ਇੱਕ ਮੁਸਲਿਮ ਮੈਜੋਰਟੀ ਹੈ, ਤੁਹਾਨੂੰ ਕਿਤੇ ਨਾ ਕਿਤੇ ਜਿਹੜਾ ਹੈ ਨਾ ਉਹ ਸਿਸਟਮ ਜਿਹੜਾ ਇਨਫਲੂਐਂਸ ਦਾ ਉਹਦੇ ਵਿੱਚ ਚੀਜ਼ਾਂ ਆਉਂਦੀਆਂ ਨੇ। ਹੁਣ ਜੇ ਕਿਤੇ ਇਨਜਸਟਿਸ ਹੋਇਆ ਹੈ, ਕਿਤੇ ਕੋਈ ਧੱਕਾ ਹੋਇਆ, ਅਸੀਂ ਖੜੇ ਹਾਂ ਤੇ ਖੜੇ ਰਹਿੰਦੇ ਵੀ ਆ, ਕਿਤੇ ਹਟੇ ਨਹੀਂ। ਪਰ ਕਈ ਵਾਰੀ ਚੀਜ਼ਾਂ ਨੂੰ ਆਪਣੇ ਲਈ ਸਰਕਾਰ ਦੇ ਜਿਹੜੇ ਕੁਝ ਬੰਦੇ ਨੇ ਆਪਣੀ ਸਰਕਾਰੀ ਜਿਹੜੀ ਆ ਪਾਵਰ ਪੋਲਿਟਿਕਸ ਲਈ, ਵੋਟ ਬੈਂਕ ਪੋਲਿਟਿਕਸ ਲਈ ਯੂਜ਼ ਕਰਦੇ ਨੇ, ਤੇ ਉੱਥੇ ਆ ਕੇ ਫਿਰ ਹਾਲਾਤ ਇਹੋ ਜਿਹੇ ਪੈਦਾ ਕਰ ਜਾਂਦੇ ਨੇ ਕਿ ਚੀਜ਼ ਰਿਜ਼ੋਲਵ ਨਹੀਂ ਹੁੰਦੀ, ਬਲਕਿ ਚੀਜ਼ ਹੋਰ ਖਰਾਬ ਹੋ ਜਾਂਦੀ ਹੈ। ਤੇ ਬਾਅਦ ਸਾਨੂੰ ਪਤਾ ਲੱਗਦਾ 2-4 ਮਹੀਨੇ ਦਾ ਬਾਅਦ ਕਿ ਜਿਹੜਾ ਇਹਦਾ ਅਲਾਈ ਸੀ ਉਹ ਪਾਰਟੀਆਂ ਨੇ ਜਿਹੜਾ ਸਿੱਖਾਂ ਨੂੰ ਪਹਿਲੇ ਹੀ ਦਬਣ ਤੇ ਕੁਚਲਣ ਲਈ ਲੱਗੀਆਂ ਨੇ। ਤੇ ਇਹਦੇ ਲਈ ਸਾਨੂੰ ਬੜਾ ਵਿਜੀਲੈਂਟ ਹੋ ਕੇ ਇਹਨਾਂ ਇਸ਼ੂਜ਼ ਤੇ ਵੇਖਣਾ ਪਏਗਾ, ਇਹਨਾਂ ਦੀ ਬੁਨਿਆਦ ਤੇ ਜਾ ਕੇ ਇਹਨਾਂ ਤੇ ਕੰਮ ਕਰਨਾ ਪਏਗਾ। ਸਾਡੀ ਜਿਹੜੀ ਇੱਕ ਪਰਸਪੈਕਸ਼ਨ ਹੈ ਉਹ ਸਾਡੀ ਆਪਣੀ ਹੈ, ਸਾਨੂੰ ਦੂਜੀ ਕਮਿਊਨਿਟੀ ਨਾਲ ਬੈਠ ਕੇ ਵੀ ਇਹਨਾਂ ਦੀ ਜਿਹੜੀ ਗੱਲ ਹੈ ਸੁਣਨੀ ਪਏਗੀ, ਤੇ ਫਿਰ ਜਦੋਂ ਦੋਨੋਂ ਕੌਮਾਂ ਬੈਠ ਕੇ ਇੱਕ ਡਿਸੀਜਨ ਲੈਣਗੇ, ਇੱਕ ਸੋਲੂਸ਼ਨ ਲੈਣਗੇ, ਤਾਂ ਜਾ ਕੇ ਕੁਝ ਹੋ ਸਕਦਾ ਹੈ। ਕਿਉਂਕਿ ਧੀਆਂ ਭੈਣਾਂ ਸਾਰੀਆਂ ਦੀ ਸਾਂਝੀਆਂ ਨੇ। ਤੇ ਹੁਣ ਅਸੀਂ ਇੱਦਾਂ ਦਾ ਆਪਣੇ ਮਨ 'ਚ ਇੱਕ ਪੁਆਇੰਟ ਬਣਾ ਲਈਏ ਕਿ ਜੇ ਉੱਥੇ ਸਾਡੇ ਨਾਲ ਕੋਈ ਗਲਤ ਹੋਇਆ ਤੇ ਅਸੀਂ ਇੱਥੇ ਸ਼ੁਰੂ ਕਰ ਦਈਏ, ਉਹ ਸਿੱਖੀ ਦੀ ਕੋਈ ਜਿਹੜੀ ਹੈ ਉਹ ਹੈ ਨਹੀਂ। ਅਸੀਂ ਸਿੱਖੀ 'ਚ ਇਹ ਚੀਜ਼ ਨਹੀਂ ਦੇਖਦੇ, ਅਸੀਂ ਸਿੱਖ ਜਿਹੜਾ ਹੈ ਉਹ ਨਿਰਪੋਹ ਤੇ ਨਿਰਵੈਰ ਹੁੰਦਾ ਹੈ। ਪਰ ਸਾਨੂੰ ਇਹਨਾਂ ਚੀਜ਼ਾਂ ਦੀ ਬੁਨਿਆਦ ਤੱਕ ਜਾਣ ਦੀ ਲੋੜ ਹੈ ਕਿ ਆਖਰ ਇਹ ਸਭ ਕਿਉਂ ਹੋਇਆ, ਇਹਦੇ ਪਿੱਛੇ ਕਾਰਨ ਕੀ ਸੀ ਤੇ ਕਿੰਨੀ ਸੱਚਾਈ ਹੈ।
ਸਾਨੂੰ ਆਪਣੇ ਲੀਡਰਾਂ ਨੂੰ, ਜਿਹੜੇ ਲੀਡਰਾਂ ਨੇ ਉੱਥੇ ਕਲੇਮ ਕੀਤੇ ਨੇ, ਬਲੇਮ ਕੀਤੇ ਨੇ, ਐਲੀਗੇਸ਼ਨਸ ਲਾਈਆਂ, ਉਹਨਾਂ ਦੇ ਵਿੱਚ ਕਿੰਨੀ ਸੱਚਾਈ ਹੈ ਤੇ ਕਿੱਥੇ ਸਾਡੀ ਆਪਣੀਆਂ ਗਲਤੀਆਂ ਨੇ ਤੇ ਕਿੱਥੇ ਦੂਜੀ ਕੌਮ ਦੀ ਗਲਤੀਆਂ। ਸਾਰੀ ਚੀਜ਼ ਜਿਹੜੀ ਹੈ ਇਹ ਇੱਕ ਜਗ੍ਹਾ ਤੇ ਬੈਠ ਕੇ ਵਿਚਾਰਨੀ ਪਏਗੀ, ਕਿਉਂਕਿ ਜਿਹੜੀ ਧੀਆਂ ਭੈਣਾਂ ਦਾ ਮਸਲਾ ਹੈ ਨਾ, ਇਹ ਅਸੀਂ ਬਾਜ਼ਾਰਾਂ 'ਚ ਰਿਜ਼ੋਲਵ ਨਹੀਂ ਕਰ ਸਕਦੇ। ਇਹ ਸਾਡੀ ਚੀਜ਼ਾਂ ਦਾ ਮਸਲਾ ਹੈ। ਇਹ ਮਸਲਾ ਬੰਦ ਕਮਰਿਆਂ 'ਚ ਰਿਜ਼ੋਲਵ ਹੋ ਸਕਦਾ ਹੈ ਤੇ ਉਹ ਸਾਡੇ ਲੀਡਰਾਂ 'ਚ ਇੱਕ ਮੈਚੁਰਿਟੀ ਹੋਣੀ ਚਾਹੀਦੀ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਘਰ ਦੇ ਮਸਲੇ ਨੂੰ ਕਿਤੇ ਪੋਲੀਟੀਕਲ ਗੇਨਸ ਲਈ ਯੂਜ਼ ਤਾਂ ਨਹੀਂ ਕਰ ਰਹੇ, ਕਿਤੇ ਉਹ ਆਪਣੇ ਮਫਾਦ ਲਈ ਆਪਣੇ ਇੱਕ ਫੇਸ ਨੂੰ ਅੱਗੇ ਰਿਪਰੈਜ਼ੈਂਟ ਕਰਨ ਲਈ ਜਿਹੜਾ ਸਾਡਾ ਕੋਈ ਸਾਰਾ ਤਾਂ ਨਹੀਂ ਲੈ ਰਿਹਾ। ਸਾਨੂੰ ਇਹ ਗੱਲਾਂ ਵੇਖਣ ਦੀ ਲੋੜ ਹੈ। ਦੇ ਵਿੱਚ ਇਹ ਜਾਣਨਾ ਚਾਹਾਂਗੇ ਕਿ ਭਾਰਤ ਕਸ਼ਮੀਰ ਨੂੰ ਚਾਹੁੰਦਾ ਹੈ, ਪਰ ਕਸ਼ਮੀਰੀ ਕੀ ਚਾਹੁੰਦੇ ਨੇ? ਕਸ਼ਮੀਰੀ ਰਿਜ਼ੋਲਵਮੈਂਟ ਚਾਹੁੰਦੇ ਨੇ। ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਅਸੀਂ ਜੰਮੂ ਕਸ਼ਮੀਰ ਦੀ ਗੱਲ ਕਰਦੇ ਹਾਂ ਉਹਦੇ ਵਿੱਚ 3 ਖਿੱਤੇ ਆਉਂਦੇ ਨੇ, ਜੰਮੂ, ਕਸ਼ਮੀਰ ਤੇ ਲਦਾਖ। ਤੁਹਾਨੂੰ ਸਾਰੇ ਲੋਕਾਂ ਨੂੰ ਐਡਰੈਸ ਕਰਨਾ ਪਏਗਾ। ਐਡਰੈਸਮੈਂਟ ਤੋਂ ਬਗੈਰ ਕੁਝ ਨਹੀਂ ਹੋ ਸਕਦਾ। ਤੁਸੀਂ ਕਿਸੇ ਨੂੰ ਦਬਾ ਕੇ ਨਹੀਂ ਰੱਖ ਸਕਦੇ। ਜੋ ਹਾਲਾਤ 2019 ਤੋਂ ਬਾਅਦ ਕਸ਼ਮੀਰ 'ਚ ਬਣੇ ਨੇ ਉਹ ਬੜੇ ਹੀ ਭਿਆਨਕ ਨੇ, ਬੜੇ ਹੀ ਦੁਖਦਾਈ ਨੇ ਤੇ ਬੜੇ ਹੀ ਚਿੰਤਾਜਨਕ ਨੇ, ਕਿਉਂਕਿ ਹਾਲਾਤ ਇਹੋ ਜਿਹੇ ਨੇ ਕਿ ਤੁਸੀਂ ਅੱਜ ਸਵਾਲ ਕਰਨ ਤੋਂ ਡਰਦੇ ਹੋ। ਦੇਖੋ, ਸਟੇਟ ਨੂੰ ਰਿਪਰੈਜ਼ੈਂਟ ਕੌਣ ਕਰਦਾ? ਸਟੇਟ ਨੂੰ ਰਿਪਰੈਜ਼ੈਂਟ ਕਰਦਾ ਚੀਫ ਮਿਨਿਸਟਰ। ਹੁਣ ਤੁਸੀਂ ਸਪਿਰਿਟਸ ਦੀ ਗੱਲ ਛੱਡੋ, ਇੱਕ ਮੁੱਖ ਮੰਤਰੀ ਚਿਹਰਾ ਹੁੰਦਾ ਸਟੇਟ ਦਾ। ਜੇ ਤੁਸੀਂ ਮੁੱਖ ਮੰਤਰੀ ਬੰਦ ਕਰ ਲਿਆ, ਇੱਕ ਰੀਸੈਂਟ ਮੁੱਖ ਮੰਤਰੀ ਬੰਦ ਕਰ ਲਿਆ, ਜਿਹੜਾ 10 ਸਾਲ ਪਹਿਲਾਂ ਸੀ ਉਹ ਵੀ ਬੰਦ ਕਰ ਲਿਆ, ਤੁਸੀਂ ਜਨਤਾ ਨੂੰ ਕੀ ਇੱਕ ਮੈਸੇਜ ਦੇ ਰਹੇ ਹੋ? ਉਹ ਤੁਹਾਨੂੰ ਸੋਚਣਾ ਪਏਗਾ। ਜੇ ਮੇਨ ਸਟਰੀਮ ਵਾਲੇ ਬੰਦੇ ਨੇ ਉਹ ਵੀ ਤੁਹਾਡੀ ਅੱਖਾਂ 'ਚ ਅੱਜ ਗੁਨਾਹਗਾਰ ਸਾਬਤ ਹੋ ਗਏ ਨੇ, ਤੇ ਕੱਲ੍ਹ ਨੂੰ ਪੋਲਿਟਿਕਸ 'ਚ ਤੇ ਪੋਲੀਟੀਸ਼ੀਅਨਸ 'ਚ ਤੇ ਇਲੈਕਟ੍ਰੋਨਿਕ ਪੋਲਿਟਿਕਸ 'ਚ ਬਿਲੀਵ ਕੌਣ ਕਰੇਗਾ? ਬੜੇ ਸਾਰੇ ਇੱਕ ਸ਼ਿਕਵੇ ਨੇ, ਗਿਲੇ ਨੇ ਕਸ਼ਮੀਰੀਆਂ ਦੇ ਜੋ ਨਹੀਂ ਪੂਰੇ ਹੋ ਰਹੇ, ਉਹਨਾਂ ਨੂੰ ਜਵਾਬ ਨਹੀਂ ਮਿਲ ਰਹੇ। ਹੁਣ ਤੁਸੀਂ ਇੱਕ ਚੀਜ਼ ਸਮਝੋ ਕਿ 2019 ਵਿੱਚ ਆਰਟੀਕਲ ਤੋੜਿਆ ਜਾਂਦਾ ਹੈ। ਆਰਟੀਕਲ ਤੋੜਨ ਤੋਂ ਜ਼ਿਆਦਾ ਭਿਆਨਕ ਸੀ ਕਿ ਆਰਟੀਕਲ ਤੋੜਿਆ ਕਿਵੇਂ ਜਾਂਦਾ ਹੈ। ਤੁਸੀਂ 6 ਮਹੀਨੇ ਕਿਸੇ ਸਟੇਟ ਦਾ ਨੈਟਵਰਕ ਬੰਦ ਕਰ ਦਿੰਦੇ ਹੋ, ਫੋਨ ਨੈਟਵਰਕ, ਤੁਸੀਂ ਉਹਨਾਂ ਦਾ ਇੰਟਰਨੈਟ ਬੰਦ ਕਰ ਦਿੰਦੇ ਹੋ। ਤੁਸੀਂ ਕਿਉਂ ਐਕਸੈਪਟ ਕਰਦੇ ਹੋ ਕਿ ਤੁਹਾਡੇ ਉੱਤੇ ਫੁੱਲ ਸੱਟਣਗੇ? ਤੁਸੀਂ ਇੱਕ ਸਟੇਟ ਦੇ ਬੱਚਿਆਂ ਨੂੰ 6 ਮਹੀਨੇ 5 ਮਹੀਨੇ ਆਪਣੇ ਘਰਦਿਆਂ ਨਾਲ ਗੱਲ ਨਹੀਂ ਹੋ ਰਹੀ, ਜੇ ਕੋਈ ਮਰ ਜਾਂਦਾ ਹੈ 100 ਕਿਲੋਮੀਟਰ ਦੇ ਰੇਡੀਅਸ ਵਿੱਚ, ਤੁਸੀਂ 500 ਕਿਲੋਮੀਟਰ ਟਰੈਵਲ ਕਰਦੇ ਹੋ ਆਪਣੇ ਰਿਸ਼ਤੇਦਾਰਾਂ ਨੂੰ ਇਹ ਸੰਦੇਸ਼ਾ ਦੇਣ ਲਈ ਕਿ ਤੁਹਾਡੇ ਘਰ 'ਚ ਡੈਥ ਹੋ ਗਈ ਹੈ ਕਿਸੇ ਦੀ। ਤੁਸੀਂ ਉਹਨਾਂ ਤੋਂ ਕੀ ਐਕਸੈਪਟ ਕਰਦੇ ਹੋ? ਸਪਰੈਸ਼ਨ ਦੇ ਨਾਲ, ਦਬਾਅ ਦੇ ਨਾਲ। ਤੇ ਕਸ਼ਮੀਰ ਦੀ ਦੇਖੋ, ਮੈਂ ਇੱਕ ਚੀਜ਼ ਸਾਨੂੰ ਨੋਟ ਕਰਾਂਦਾ, ਕਸ਼ਮੀਰ ਦੀ ਸਿਆਸਤ ਇਹੋ ਜਿਹੀ ਬਣ ਗਈ ਹੈ ਕਿ ਯੂਪੀ 'ਚ ਇਲੈਕਸ਼ਨ ਹੁੰਦੀ ਹੈ ਤੇ ਮੁੱਦਾ ਕਸ਼ਮੀਰ ਦਾ ਹੁੰਦਾ ਹੈ, ਬਿਹਾਰ 'ਚ ਇਲੈਕਸ਼ਨ ਹੁੰਦੀ ਹੈ ਤੇ ਮੁੱਦਾ ਕਸ਼ਮੀਰ ਦਾ ਹੁੰਦਾ ਹੈ। ਕਸ਼ਮੀਰ ਜਿਹੜਾ ਇੱਕ ਇਲੈਕਟ੍ਰੋਨਿਕ ਪੋਲਿਟਿਕਸ ਲਈ ਵੋਟ ਬੈਂਕ ਦਾ ਇੱਕ ਸਾਧਨ ਬਣ ਗਿਆ ਹੈ ਤੇ ਕਸ਼ਮੀਰੀਆਂ ਨੂੰ ਥੱਪੜ ਮਾਰੋ ਤੇ ਵੋਟ ਤੁਹਾਨੂੰ ਯੂਪੀ 'ਚ ਮਿਲੇਗੀ। ਯੋਗੀ ਨੂੰ ਇੰਟਰਸਟ ਕੀ ਹੈ ਕਸ਼ਮੀਰ 'ਚ? ਨਿਤੀਸ਼ ਕੁਮਾਰ ਨੂੰ ਇੰਟਰਸਟ ਕੀ ਹੈ ਕਸ਼ਮੀਰ 'ਚ? ਬਾਕੀ ਸਟੇਟਾਂ ਦੇ ਮੁੱਖ ਮੰਤਰੀ ਨੂੰ ਕੀ ਇੰਟਰਸਟ ਹੈ ਕਸ਼ਮੀਰ 'ਚ? ਇਹ ਸਾਨੂੰ ਸੋਚਣਾ ਪਏਗਾ ਕਿ ਤੁਸੀਂ ਕਿਤੇ ਕਸ਼ਮੀਰੀਆਂ ਨੂੰ ਇੱਕ ਮੋਹਰਾ ਬਣਾ ਕੇ ਆਪਣੀ ਵੋਟ ਬੈਂਕ 'ਤੇ ਨਹੀਂ ਖੇਲ ਰਹੇ। ਤੇ ਜੇ ਤੁਸੀਂ ਉਹਨਾਂ ਨੂੰ ਮੋਹਰਾ ਬਣਾ ਕੇ ਆਪਣੀ ਵੋਟ ਬੈਂਕ ਸਿਆਸਤ ਖੇਡ ਰਹੇ ਹੋ, ਫਿਰ ਤੁਸੀਂ ਉਹਨਾਂ ਤੋਂ ਐਕਸੈਪਟ ਨਾ ਕਰੋ ਕਿ ਤੁਹਾਡੇ ਲਈ ਪਿਆਰ ਜਾਂ ਮੁਹੱਬਤ ਰੱਖਣਗੇ। ਧੰਨਵਾਦ। ਗੱਲਬਾਤ ਕੀਤੀ ਹੈ ਅੰਗਦ ਸਿੰਘ ਦੇ ਨਾਲ। ਕਸ਼ਮੀਰ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਲਈ ਲਗਾਤਾਰ ਆਵਾਜ਼ ਬੁਲੰਦ ਕਰਦੇ ਆ ਰਹੇ ਨੇ ਨੌਜਵਾਨ। ਤਾਂ ਉਹਨਾਂ ਨੇ ਵੱਡੀ ਜਿਹੜੀ ਜਾਣਕਾਰੀ ਹੈ ਕਸ਼ਮੀਰ ਦੇ ਬਾਰੇ, ਕਸ਼ਮੀਰੀ ਲੋਕਾਂ ਦੇ ਬਾਰੇ, ਕਸ਼ਮੀਰ ਦੇ ਵਿੱਚ ਰਹਿੰਦੇ ਸਿੱਖਾਂ ਦੇ ਬਾਰੇ, ਮੁਸਲਮਾਨਾਂ ਦੇ ਬਾਰੇ, ਹੋਰ ਕਸ਼ਮੀਰੀ ਪੰਡਤਾਂ ਬਾਰੇ ਅਤੇ ਘੱਟ ਗਿਣਤੀਆਂ ਬਾਰੇ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਕਿ ਕਿਸ ਢੰਗ ਦੇ ਨਾਲ ਮਨੁੱਖੀ ਅਧਿਕਾਰਾਂ ਦਾ ਘਾਣ ਕਸ਼ਮੀਰ ਦੇ ਵਿੱਚ ਹੋ ਰਿਹਾ ਹੈ। ਤਾਂ ਯਕੀਨਨ ਜੇ ਭਾਰਤ ਕਸ਼ਮੀਰ ਨੂੰ ਨਾਲ ਰੱਖਣਾ ਚਾਹੁੰਦਾ ਤਾਂ ਉਹਨੂੰ ਕਸ਼ਮੀਰੀਆਂ ਨੂੰ ਵੀ ਨਾਲ ਰੱਖਣਾ ਪਵੇਗਾ। ਕਸ਼ਮੀਰੀਆਂ ਨੂੰ ਛੱਡ ਕੇ ਕਸ਼ਮੀਰ ਨੂੰ ਭਾਰਤ ਦੇ ਵਿੱਚ ਨਹੀਂ ਰਲਾਇਆ ਜਾ ਸਕਦਾ। ਬਣੇ ਰਹੋ KTV UK ਦੇ ਨਾਲ। ਕੈਮਰਾਮੈਨ ਸਹਿਯੋਗੀ ਸਿਮਰਤਪਾਲ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।